गुरु जी की साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरबाणी गुरु विच जो आपां नूं गुरु साहिबानां ने भगतां ने संतां ने गुरसिखां ने सतगुरु गुरु नानक देव जी जो सानू जीवां नूं उपदेश दिता है, जिन्ना भी उपदेश दिता जा रहा सारा उपदेश साडे मन नूं दिता जाता है। सारी कहानी जिहड़ी है ये मन दी, किवें साडा मन इधर आके परमात्मा तो विछड़िया, किवें साडा विछोड़ा पिया, किवें विचारां च जाके सुता भरम दे विच, फिर किवें सुता होया जागे इस मार्ग ते चले, चल के मालक परमात्मा दे नाम लाभ करे। ये सारी विछोड़े तो लैके मिलाप तक की जो कहानी है, ये सारी कहानी साडी अपनी, साडे मनां दी, किसी होर दी। इस करके जिहड़ा भी जीव ये अगच्छ कहानी नूं सुणदा है,
ਉਹਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸਾਰੀ ਗੱਲ ਮੇਰੀ ਹੋ ਰਹੀ, ਸਾਡੇ ਪਰਿਵਾਰ ਦੀ ਗੱਲ ਹੋ ਰਹੀ ਹੈ ਜਾਂ ਸਾਡੀ ਆਪਣੀ ਗੱਲ ਹੋ ਰਹੀ ਹੈ। ਇਹ ਸਾਨੂੰ ਤਾਂ ਲੱਗਦਾ ਹੈ ਕਿਉਂਕਿ ਸਾਡੀ ਸਾਰਿਆਂ ਦੀ ਆਪਣੀ ਕਹਾਣੀ, ਜਿਹਨੂੰ ਅਕਥ ਕਹਾਣੀ ਆਖੀ। ਅਕਥ ਕਥਾ, ਪ੍ਰੇਮ ਕਥਾ ਦਾ ਨਾਮ ਦਿੱਤਾ ਗਿਆ। ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ, ਕਿਵੇਂ ਅਸੀਂ ਵਾਪਸ ਮਿਲਾਪ ਕਰਨਾ, ਇਹ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਭੇਜ ਦਿੱਤਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਤੁਸੀਂ ਵੀ ਇਹ ਰਾਹ 'ਤੇ ਚੱਲੋ, ਤੁਸੀਂ ਵੀ ਪਰਮਾਤਮਾ ਨਾਲ ਮਿਲਾਪ ਕਰੋ, ਕਿਉਂਕਿ ਇਹ ਸਾਨੂੰ ਮੌਕਾ, ਇਹ ਵਾਰੀ ਸਿਰਫ ਹੁਣ ਸਾਨੂੰ ਮਾਨਸ ਜਾਮੇ ਵਿੱਚ ਹੀ ਦਿੱਤੀ ਜਾਂਦੀ। ਹੋਰ ਜਿੰਨੇ ਵੀ 84 ਲੱਖ ਜੂਨ ਨੇ, ਕਿਸੇ ਨੂੰ ਇਹ ਮੌਕਾ, ਕਿਸੇ ਨੂੰ ਇਹ ਵਾਰੀ ਨਹੀਂ ਹੈ ਕਿ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰ ਲੈਣ। ਹੁਣ ਸਾਡੇ ਜੀਵਨ ਦਾ, ਸਾਰਿਆਂ ਦਾ ਜੋ ਅਸਲ ਮਨੋਰਥ, ਜਿਸ ਵਾਸਤੇ ਅਸੀਂ ਇਹ ਸੰਸਾਰ 'ਚ ਆਏ ਹਾਂ, ਸਾਨੂੰ ਇਹ ਜੀਵਨ ਮਿਲਿਆ, ਇਹ ਸਾਡਾ ਜੀਵਨ ਉਦੋਂ ਸਫਲ ਹੈ ਜਦੋਂ ਅਸੀਂ ਪਰਮਾਤਮਾ ਨੂੰ ਮਿਲਾਂ। ਇਸ ਲਈ ਮਹਾਰਾਜ ਸਾਨੂੰ ਫਰਮਾਉਂਦੇ, ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਗੁਰੂ ਅਮਰਦਾਸ ਜੀ ਆਪਾਂ ਨੂੰ ਰੋਜ਼ ਸਮਝਾਉਂਦੇ ਵੀ ਸਾਡੇ ਜੀਵਨ ਦਾ ਜੋ ਮਨੋਰਥ ਸੀ, ਉਸ ਨੂੰ ਅਸੀਂ ਪੂਰਾ ਕਰ ਲਿਆ। ਪੂਰਾ ਕਦੋਂ ਹੋਇਆ? ਜਦੋਂ ਕਹਿੰਦੇ ਸਾਡਾ ਮਿਲਾਪ ਹੋ ਗਿਆ ਪਰ ਬ੍ਰਹਮ ਪਰਮਾਤਮਾ ਜੀ ਨਾਲ। ਕਿਵੇਂ ਮਿਲਾਪ ਹੋਇਆ, ਉਹ ਫਿਰ ਸਾਰਾ ਉਹਨਾਂ ਨੇ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਖੋਲ੍ਹ ਕੇ ਭੇਜ ਦਿੱਤਾ। ਬਈ ਅਸੀਂ ਇਸ ਤਰ੍ਹਾਂ ਮਿਲੇ ਹਾਂ ਤੇ ਤੁਸੀਂ ਵੀ ਇਸ ਤਰ੍ਹਾਂ ਮਿਲ ਸਕਦੇ। ਹੁਣ ਆਪਣੇ ਜੀਵਨ ਦਾ ਸਾਰਿਆਂ ਦੇ ਇਹੀਓ ਮਨੋਰਥ ਹੈ। ਜਦੋਂ ਆਪਾਂ ਗੁਰਬਾਣੀ ਗੁਰੂ ਪਾਸੋਂ ਪੁੱਛਦੇ ਹਾਂ ਬਈ ਅਸੀਂ ਇਹ ਸੰਸਾਰ 'ਚ ਕਾਹਦੇ ਵਾਸਤੇ ਆਏ, ਸਾਡਾ ਕਾਹਤੋਂ ਜਨਮ ਹੋਇਆ, ਕਿਉਂ ਸਾਨੂੰ ਇਹ ਮਾਨਸ ਜਾਮਾ ਮਿਲਿਆ, ਤੇ ਸਾਨੂੰ ਇਸ ਦਾ ਫਿਰ ਇੱਕੋ ਹੀ ਮਨੋਰਥ ਦੱਸਦੇ ਬਈ ਤੁਹਾਨੂੰ ਇਸ ਵਾਸਤੇ ਮਿਲਿਆ, ਤੁਸੀਂ ਇਹਦੇ ਵਿੱਚ ਰਹਿੰਦੇ ਰਹਿੰਦੇ ਪਰਮਾਤਮਾ ਨੂੰ ਮਿਲ ਲਓ। ਜਦੋਂ ਤੁਸੀਂ ਮਿਲ ਪਏ, ਸਮਝ ਲਓ ਤੁਹਾਡਾ ਆਉਣਾ ਸਫਲ, ਤੁਸੀਂ ਪਰਵਾਹ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਵੀ ਸਾਡੇ ਜੀਵਨ ਦਾ ਇਹੀਓ ਮਕਸਦ, ਇਹੀਓ ਸਾਡਾ ਮਨੋਰਥ ਹੈ। ਫਰਮਾਉਂਦੇ ਹਰ ਮਿਲੇ ਨਾਰਾਇਣ ਨਾਨਕਾ, ਮਨੋਰਥੋ ਪੂਰਾ। ਬਈ ਜਦੋਂ ਅਸੀਂ ਨਾਰਾਇਣ ਵਾਹਿਗੁਰੂ ਨੂੰ ਮਿਲ ਪਏ ਤੇ ਸਾਡਾ ਮਨੋਰਥ ਪੂਰਾ ਹੋ ਗਿਆ, ਮਕਸਦ ਪੂਰਾ ਹੋ ਗਿਆ ਇੱਥੇ ਆਉਣ ਤੋਂ। ਜਿਸ ਵਾਸਤੇ ਸਾਨੂੰ ਇਹ 84 ਲੱਖ ਜੂਨ ਤੋਂ ਉਤਮ ਜੀਵਨ ਮਿਲਿਆ ਸੀ, ਮਾਨਸ ਜਾਮਾ, ਤੇ ਮਾਨਸ ਜਾਮੇ ਦੇ ਵਿੱਚ ਰਹਿੰਦੇ ਹੋਏ ਅਸੀਂ ਇਹ ਜੀਵਨ ਸਫਲ ਕਰ ਲਿਆ। ਤੇ ਮੁੜ ਕੇ ਦੁਬਾਰਾ ਫਿਰ ਆਪਾਂ ਵਾਪਸ ਨਹੀਂ ਆਉਂਦੇ, ਫਿਰ ਸਾਨੂੰ ਆਕਾਰਾਂ 'ਚ ਨਹੀਂ ਆਉਣਾ ਪੈਂਦਾ। ਸੋ ਇਸ ਵਾਸਤੇ ਹੁਣ ਇਹਦੇ ਲਈ ਸਾਨੂੰ ਸਤ ਸੰਗਤ ਕਰਨੀ ਪੈਂਦੀ, ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਆਪਣੀ ਮੱਤ ਦੁਆਰਾ ਅਸੀਂ ਇਹ ਮਾਰਗ ਦੇ ਉੱਤੇ ਚੱਲ ਨਹੀਂ ਸਕਦੇ।
ਆਪਣੀ ਮੱਤ ਦੁਆਰਾ ਅਸੀਂ ਭਗਤੀ ਨਹੀਂ ਕਰ ਸਕਦੇ, ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਇਹਦੇ ਵਾਸਤੇ ਫਿਰ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪੈਂਦਾ, ਸਾਨੂੰ ਸੰਗਤ ਕਰਨੀ ਪੈਂਦੀ ਉਹਨਾਂ ਗੁਰਮੁਖਾਂ ਦੀ, ਸੰਤਾਂ ਦੀ, ਸਾਧੂਆਂ ਦੀ, ਗੁਰਸਿੱਖਾਂ ਦੀ, ਜਿਹੜੇ ਆਪ ਇਸ ਮਾਰਗ ਦੇ ਉੱਤੇ ਚੱਲੇ ਨੇ, ਚੱਲ ਕੇ ਜਿਹੜੇ ਮਿਲੇ ਨੇ, ਉਹਨਾਂ ਦਾ ਆਪਾਂ ਨੂੰ ਸੰਗ ਕਰਨਾ ਪੈਂਦਾ, ਤੇ ਫਿਰ ਆਪਾਂ ਇਸ ਰਾਹ ਦੇ ਉੱਤੇ ਚੱਲਦੇ ਹਾਂ। ਫਿਰ ਸਾਨੂੰ ਇਸ ਰਸਤੇ ਦਾ ਭੇਦ ਖੁੱਲ੍ਹਦਾ। ਜੇ ਸਾਨੂੰ ਐਸੇ ਗੁਰਮੁਖ ਮਿਲਣ ਨਾ, ਸਾਨੂੰ ਸੰਤ ਸਾਧੂਆਂ ਦਾ ਮਿਲਾਪ ਨਾ ਹੋਵੇ, ਸਾਧ ਸੰਗਤ ਸਾਨੂੰ ਮਿਲੇ ਕੋਈ ਨਾ, ਫਿਰ ਅਸੀਂ ਇਹ ਜੀਵਨ ਦਾ ਲਾਹਾ ਨਹੀਂ ਕੱਢ ਸਕਦੇ। ਫਿਰ ਅਸੀਂ ਚੱਲਦੇ ਹਾਂ ਭਾਵ ਦੇ ਰਸਤੇ 'ਤੇ, ਜਿਹੜਾ ਵੈਰ ਵਿਰੋਧ ਵਾਲਾ ਹੈ, ਜਿਹਦੇ 'ਤੇ ਈਰਖਾ ਨਫ਼ਰਤ ਹੈ, ਜਿਹਦੇ 'ਤੇ ਲੜਾਈਆਂ ਝਗੜੇ ਨੇ, ਦੁਬਦਾ ਹੈ। ਫਿਰ ਅਸੀਂ ਉਹ ਮਾਰਗ 'ਤੇ ਚੱਲਦੇ, ਤੇ ਜਿਹੜਾ ਜੀਵ ਇਸ ਮਾਰਗ 'ਤੇ ਚੱਲਦਾ ਹੈ ਉਹ ਫਿਰ ਜੀਵਨ ਦੀ ਬਾਜੀ ਨੂੰ ਇੱਥੋਂ ਹਾਰ ਕੇ ਜਾਂਦਾ, ਇੱਥੋਂ ਜਿੱਤ ਕੇ ਨਹੀਂ ਜਾਂਦਾ। ਇਸੇ ਵੀ ਦੁਖੀ ਰਹਿੰਦਾ ਜਿੰਨਾ ਸਮਾਂ ਸੰਸਾਰ 'ਚ ਰਹਿੰਦਾ। ਦੁਰਮਤ ਦੀ ਅਗਨ ਉਹਨੂੰ ਅੰਦਰੋਂ ਜਾਲਦੀ ਹੀ ਰਹਿੰਦੀ, ਦੁਖੀ ਹੁੰਦਾ ਹੀ ਰਹਿੰਦਾ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਦੁਰਮਤ ਦੀ ਅਗਨ ਸਾਰਿਆਂ ਦੇ ਮਨਾਂ ਨੂੰ ਸਾੜਦੀ ਹੈ। ਕਿਉਂ ਸੜਦੇ ਨੇ, ਕਾਹਤੋਂ ਦੁਖੀ ਨੇ? ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਜੀਵਾਂ ਨੇ ਸਤ ਸੰਗਤ ਨਹੀਂ ਕੀਤੀ, ਉਹਨਾਂ ਨੇ ਇਹ ਖੇਲ ਨੂੰ ਸਮਝਿਆ ਨਹੀਂ ਵੀ ਕੀ ਖੇਲ ਚੱਲ ਰਿਹਾ ਹੈ। ਇਸ ਕਰਕੇ ਫਿਰ ਉਹ ਦੁਖੀ ਨੇ, ਤਾਂ ਉਹ ਜਲਦੇ ਪਏ ਨੇ ਦੁਰਮਤ ਦੀ ਅਗਨ ਦੇ ਵਿੱਚ। ਮਹਾਰਾਜ ਫਰਮਾਉਂਦੇ ਦੁਰਮਤ ਅਗਨ ਜਗ 'ਚ ਪਰਜਾਰੀ, ਵੀ ਇਹ ਦੁਰਮਤ ਦੀ ਅਗਨ ਜਾਲਦੀ ਹੈ ਸਭ ਨੂੰ, ਤੇ ਇਹਦੇ ਉੱਤੋਂ ਬਚਦਾ ਕੌਣ ਹੈ? ਜਿਹੜੇ ਸ਼ਬਦ ਗੁਰੂ ਦੀ ਵਿਚਾਰ ਕਰਦੇ। ਮਹਾਰਾਜ ਕਹਿੰਦੇ ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਵੀ ਜਦੋਂ ਅਸੀਂ ਸ਼ਬਦ ਗੁਰੂ ਦੀ ਵਿਚਾਰ ਕਰਾਂਗੇ ਉਹ ਸਤਸੰਗ 'ਚ ਹੀ ਹੋਏਗੀ, ਫਿਰ ਅਸੀਂ ਇਸ ਅਗਨ ਤੋਂ ਬਚ ਸਕਦੇ ਹਾਂ, ਫਿਰ ਅਸੀਂ ਜੀਵਨ ਦਾ ਲਾਹਾ ਕੱਟ ਸਕਦੇ ਹਾਂ। ਨਹੀਂ ਤਾਂ ਫਿਰ ਇਹ ਦੁਰਮਤ ਦੀ ਅਗਨ ਸਾਰਿਆਂ ਦੇ ਮਨਾਂ ਨੂੰ ਸਾੜਦੀ ਹੈ। ਉਹ ਫਿਰ ਆਪਾਂ ਦੇਖਦੇ ਘਰ ਘਰ ਦੇ ਵਿੱਚ ਕਲੇਸ਼, ਲੜਾਈਆਂ ਝਗੜੇ, ਵੈਰ ਵਿਰੋਧ, ਈਰਖਾ ਨਫ਼ਰਤ। ਉਹ ਫਿਰ ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਨੂੰ ਫਿਰ ਅੱਗੇ ਦੀ ਅੱਗੇ ਇਹ ਦੁਰਮਤ ਦੀ ਅਗਨ ਹੈ ਜਿਹੜੀ ਇਹ ਜਲਦੀ, ਇਹ ਫਿਰ ਗਾਂ ਦੀ ਗਾਂ ਵਧੀ ਜਾਂਦੀ। ਹੁਣ ਇਹ ਤੋਂ ਬਚਣ ਵਾਸਤੇ ਸਾਨੂੰ ਗੁਰੂ ਦੀ ਮੱਤ ਦੀ ਲੋੜ ਪੈਂਦੀ। ਇਹ ਕਲਾ ਕਲੇਸ਼ ਨੂੰ ਮਿਟਾਉਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ। ਜਦੋਂ ਆਪਾਂ ਸਿਮਰਨ ਕਰਦੇ ਹਾਂ ਗੁਰੂ ਦੀ ਮੱਤ ਦੁਆਰਾ, ਨਾਲ ਨਾਲ ਅਸੀਂ ਸਤ ਸੰਗਤ ਕਰਦੇ ਹਾਂ, ਫਿਰ ਸਾਡਾ ਜਿਹੜਾ ਕਲਾ ਕਲੇਸ਼ ਹੈ ਇਹ ਮਿਟਦਾ ਹੈ, ਤੇ ਫਿਰ ਸਾਡਾ ਮਨ ਸੁਖੀ ਹੁੰਦਾ ਹੈ। ਇਸ ਲਈ ਆਪਾਂ ਪੜ੍ਹਦੇ ਰੋਜ਼ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਹੁਣ ਜਿਹਨੇ ਤਾਂ ਇਹ ਪੜ੍ਹ ਕੇ ਮੰਨ ਲਏ ਵੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਵੀ ਜੇ ਤੁਹਾਡੇ ਮਨ 'ਚ ਕਲੇਸ਼ ਪਿਆ ਹੈ, ਪਰਿਵਾਰ 'ਚ ਕਲੇਸ਼ ਪਿਆ ਹੈ, ਤੁਸੀਂ ਸਿਮਰਨ ਕਰੋ। ਜਦੋਂ ਤੁਸੀਂ ਸਿਮਰਨ ਕਰੋਗੇ ਤੁਹਾਡਾ ਕਲਾ ਕਲੇਸ਼ ਮਿਟ ਜਾਏਗਾ, ਤੁਸੀਂ ਸੁਖੀ ਹੋ ਜਾਓਗੇ। ਫਿਰ ਅਸੀਂ ਪੁੱਛਾਂਗੇ ਉਹਨਾਂ ਨੂੰ ਜਿਹਨੇ ਤਾਂ ਮਿਟਾਉਣਾ ਹੈ, ਉਹ ਫਿਰ ਪੁੱਛੇਗਾ ਵੀ ਮੈਂ ਕਿਵੇਂ ਸਿਮਰਨ ਕਰਾਂ।
ਵੀ ਤੁਸੀਂ ਮੈਨੂੰ ਸਿਮਰਨ ਕਰਨ ਨੂੰ ਕਹਿ ਰਹੇ ਹੋ, ਵੀ ਮੈਨੂੰ ਤਾਂ ਪਤਾ ਨਹੀਂ ਵੀ ਸਿਮਰਨ ਕਿਵੇਂ ਹੁੰਦਾ, ਤੁਸੀਂ ਦੱਸੋ ਕਿਵੇਂ ਸਿਮਰਨ ਕਰਾਂ। ਫਿਰ ਉਹ ਆਪਾਂ ਨੂੰ ਦੱਸਣਗੇ ਵੀ ਸਿਮਰਨ ਕਰੋ, ਸਾਸ ਗਿਰਾਸ ਕਰੋ। ਬਈ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ ਜੋ ਸਾਸ ਗਿਰਾਸ ਸਿਮਰਨ ਕਰਦਾ ਹੈ। ਮਹਾਰਾਜ ਫਰਮਾਉਂਦੇ ਜੋ ਸਾਸ ਗਿਰਾਸ ਤੇ ਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਬਈ ਅਸੀਂ ਗੁਰੂ ਦੇ ਮਨ ਨੂੰ ਭਾ ਜਾਣਾ, ਗੁਰੂ ਨੂੰ ਚੰਗੇ ਲੱਗਣਾ ਜਦੋਂ ਅਸੀਂ ਸਾਸ ਗਿਰਾਸ ਸਿਮਰਨ ਕਰਾਂਗੇ। ਹੁਣ ਇਹ ਸਾਸ ਗਿਰਾਸ ਦੀ ਫਿਰ ਵਿਧੀ ਹੈ। ਜਦ ਤੱਕ ਆਪਾਂ ਸੰਗਤ ਨਹੀਂ ਕਰਦੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਸ ਗਿਰਾਸ ਸਿਮਰਨ ਕਿਹਨੂੰ ਕਹਿੰਦੇ ਜਾਂ ਕਿਵੇਂ ਕਰੀਦਾ। ਫਿਰ ਇਹਦੇ 'ਤੇ ਜਦੋਂ ਆਪਾਂ ਵਿਚਾਰ ਕਰਦੇ ਹਾਂ, ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਸਾਸ ਗਿਰਾਸ ਕਹਿੰਦੇ ਨੇ ਇਹ ਜੋ ਸਾਡੇ ਸਵਾਸਾਂ ਦੀ ਕਿਰਿਆ ਚੱਲ ਰਹੀ, ਆਪਣਾ ਮਾਤਾ ਪਿਤਾ ਆਪਣੇ ਸਾਹਮਣੇ, ਸਵਾਸ ਸਾਡੇ ਮੁੱਖ ਦੇ ਵਿੱਚ ਉਹ ਗਰਾਹੀ ਪਾ ਰਹੇ ਨੇ, ਸਾਹਮਣੇ ਦੇਖ ਰਹੇ ਨੇ ਤੇ ਸਾਡੇ ਮੁੱਖ 'ਚ ਗਰਾਹੀ ਪਾਉਂਦੇ। ਤੇ ਗਰਾਹੀ ਜਦੋਂ ਆਪਾਂ ਅੰਦਰ ਲੈ ਕੇ ਜਾਂਦੇ ਹਾਂ ਫਿਰ ਉਹ ਦੂਸਰੀ ਗਰਾਹੀ ਪਾਉਂਦੇ। ਸਵਾਸ ਅੰਦਰ ਜਾਂਦਾ ਤੇ ਅੰਦਰੋਂ ਬਾਹਰ ਆਉਂਦਾ, ਇਸ ਨੂੰ ਸਾਸ ਗਿਰਾਸ ਕਹਿੰਦੇ। ਮਹਾਰਾਜ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ, ਦਿੰਦਾ ਸਾਸ ਗਿਰਾਹਾ ਹੈ। ਜਿਵੇਂ ਬੱਚਾ ਛੋਟਾ ਹੁੰਦਾ ਹੈ, ਆਪਣੇ ਆਪ ਕੁਝ ਖਾ ਪੀ ਨਹੀਂ ਸਕਦਾ, ਮਾਂ ਪਿਓ ਉਹਦੇ ਮੁੱਖ ਨੂੰ ਲਾਉਂਦੇ, ਉਹਨੂੰ ਖਵਾਉਂਦੇ। ਇਸੇ ਤਰ੍ਹਾਂ ਹੀ ਆਪਣਾ ਸਭਨਾਂ ਦਾ ਮਾਤਾ ਪਿਤਾ ਵਾਹਿਗੁਰੂ ਨਿਰੰਕਾਰ, ਆਪਾਂ ਸਾਰੇ ਹੀ ਉਹਦੇ ਬੱਚੇ। ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇਹੰ ਬਾਰਕ। ਹੁਣ ਸਾਡਾ ਮਾਤਾ ਪਿਤਾ ਸਾਡੀ ਪਾਲਣਾ ਪੋਸ਼ਣਾ ਕਰਦਾ, ਜਿਵੇਂ ਬੱਚਾ ਛੋਟਾ ਹੁੰਦਾ ਦ੍ਰਿਸ਼ਟ ਮਨ 'ਚ ਮਾਂ ਪਿਓ ਦੀ ਪਾਲਣਾ ਪੋਸ਼ਣਾ ਕਰਦੇ ਬੜੇ ਪਿਆਰ ਦੇ ਨਾਲ। ਇਸੇ ਤਰ੍ਹਾਂ ਹੀ ਆਪਣਾ ਸਭ ਦਾ ਮਾਤਾ ਪਿਤਾ ਹੈ ਤੇ ਸਾਨੂੰ ਸਵਾਸ ਦੇ ਕੇ ਪਾਲਦਾ, ਸਾਡੀ ਉਹ ਦੇਖਭਾਲ ਕਰਦਾ ਹੈ ਹਰ ਪੱਖ। ਇਸ ਲਈ ਮਹਾਰਾਜ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੀ। ਬਈ ਤੂੰ ਸਾਡਾ ਮਾਤਾ ਪਿਤਾ ਹੈ ਤੇ ਅਸੀਂ ਤੇਰੇ ਬੱਚੇ। ਹੁਣ ਉਹ ਆਪਾਂ ਨੂੰ ਜਦੋਂ ਇਹ ਸਵਾਸਾਂ ਦੀ ਗਰਾਹੀ ਦਿੰਦਾ ਹੈ, ਸਵਾਸ ਅੰਦਰ ਕੇ ਅੰਦਰੋਂ ਬਾਹਰ ਆਇਆ, ਇਹਨੂੰ ਸਾਸ ਗਿਰਾਸ ਕਹਿੰਦੇ। ਹੁਣ ਜਦੋਂ ਆਪਾਂ ਇਹਨਾਂ ਸਵਾਸਾਂ 'ਚ ਮਿਲ ਕੇ ਸਿਮਰਨ ਕਰਦੇ, ਸਵਾਸ ਅੰਦਰ ਜਾਂਦਾ ਆਪਾਂ ਵਾਹੇ ਬੋਲਦੇ, ਬਾਹਰ ਨੂੰ ਸਵਾਸ ਆਉਂਦਾ ਆਪਾਂ ਗੁਰੂ ਬੋਲਦੇ, ਇਸ ਨੂੰ ਸਾਸ ਗਿਰਾਸ ਕਹਿੰਦੇ। ਜਿਹੜਾ ਫਿਰ ਮਹਾਰਾਜ ਕਹਿੰਦੇ ਸਾਸ ਗਿਰਾਸ ਸਿਮਰਨ ਕਰਦਾ ਉਹ ਗੁਰੂ ਨੂੰ ਭਾਉਂਦਾ ਹੈ, ਗੁਰੂ ਨੂੰ ਚੰਗਾ ਲੱਗਦਾ। ਹੁਣ ਇਹ ਆਪਾਂ ਨੂੰ ਫਿਰ ਵਿਧੀ ਦੱਸੀ ਵੀ ਆਹ ਵਿਧੀ ਦੁਆਰਾ ਸਿਮਰਨ ਕਰੋ ਸਾਸ ਗਿਰਾਸ ਜੇ ਤੁਸੀਂ ਸੁਖੀ ਹੋਣਾ। ਆਪਾਂ ਪੁੱਛਿਆ ਨਾ ਸਤਿਗੁਰਾਂ ਤੋਂ ਵੀ ਸਾਡੇ ਅੰਦਰ ਕਲਾ ਕਲੇਸ਼ ਹੈ, ਸਾਡੇ ਪਰਿਵਾਰ 'ਚ ਕਲੇਸ਼, ਸਾਡੇ ਮਨ 'ਚ ਸਾਡੇ ਤਨ 'ਚ ਕਲੇਸ਼, ਤੇ ਗੁਰੂ ਅਰਜਨ ਦੇਵ ਜੀ ਨੇ ਕੀ ਆਖਿਆ ਵੀ ਤੁਸੀਂ ਸਿਮਰਨ ਕਰੋ, ਕਰੋਗੇ ਤੁਹਾਡਾ ਕਲਾ ਕਲੇਸ਼ ਮਿਟ ਜਾਣਾ, ਤੁਸੀਂ ਸੁਖੀ ਹੋ ਜਾਣਾ। ਫਿਰ ਆਪਾਂ ਉਹਨਾਂ ਤੋਂ ਪੁੱਛਿਆ ਵੀ ਕਿਵੇਂ ਕਰੀਏ, ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਸਾਸ ਗਿਰਾਸ ਕਰੋ, ਆ ਵਿਧੀ ਦੁਆਰਾ ਕਰੋ। ਫਿਰ ਆਪਾਂ ਉਹਨਾਂ ਤੋਂ ਪੁੱਛਦੇ ਵੀ ਇਹ ਜਦੋਂ ਅਸੀਂ ਸਾਸ ਗਿਰਾਸ ਸਿਮਰਨ ਕਰਦੇ ਵੀ ਅਸੀਂ ਧਿਆਨ ਕਿੱਥੇ ਰੱਖੀਏ, ਤਾਂ ਕਿ ਸਾਡਾ ਧਿਆਨ ਇੱਧਰ ਉੱਧਰ ਭਟਕੇ ਨਾ, ਜੋ ਸਾਡਾ ਮਨ ਵਿਚਾਰਾਂ 'ਚ ਭੱਜਾ ਫਿਰਦਾ ਹੈ ਭੱਜੇ ਨਾ, ਜਾਵੇ ਨਾ ਕਿਸੇ ਪਾਸੇ। ਫਿਰ ਉਹ ਆਪਾਂ ਨੂੰ ਇਹ ਤਰੀਕਾ ਦੱਸਦੇ
ਬਈ ਤੁਸੀਂ ਆਵਾਜ਼ ਦੇ ਵਿੱਚ ਆਪਣੀ 'ਚ ਧਿਆਨ ਰੱਖਣਾ। ਜੋ ਤੁਸੀਂ ਬੋਲਦੇ ਹੋ ਉਹਨੂੰ ਤੁਸੀਂ ਆਪਦੇ ਕੰਨਾਂ ਦੁਆਰਾ ਆਪ ਹੀ ਧਿਆਨ ਦੇ ਨਾਲ ਸੁਣਨਾ, ਰਸਨਾ ਦੁਆਰਾ ਉਚਾਰਨ ਕਰਨਾ ਤੇ ਕੰਨਾਂ ਦੁਆਰਾ ਇਹ ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ। ਤੇ ਆਪਾ ਪੁੱਛਦੇ ਵੀ ਜਦੋਂ ਅਸੀਂ ਫਿਰ ਇਸ ਤਰੀਕੇ ਨਾਲ ਕਰਾਂਗੇ ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਜਿਹੜਾ ਕਰੇਗਾ ਉਹਦਾ ਆਧਾਰ ਹੋ ਜਾਏਗਾ, ਉਹਦਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਏਗਾ। ਰਮਾਉਂਦੇ ਰਸਨਾ ਉਚਰੇ ਹਰ ਸਰਬਣੀ ਸੁਣੇ ਸੋਧਰੇ ਵਿੱਚ। ਮਹਾਰਾਜ ਕਹਿੰਦੇ ਵੀ ਰਸਨਾ ਦੁਆਰਾ ਬੋਲੇ, ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣੇ ਤੇ ਉਹਦਾ ਆਧਾਰ ਹੋਣਾ ਹੀ ਹੋਣਾ, ਉਹਦਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਏਗਾ। ਆਪਾ ਫਿਰ ਪੁੱਛਦੇ ਵੀ ਜਦੋਂ ਅਸੀਂ ਇੱਦਾਂ ਸਿਮਰਨ ਕਰਾਂਗੇ ਸਾਨੂੰ ਕਿਵੇਂ ਪਤਾ ਲੱਗੇਗਾ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਇਆ ਕਿ ਨਹੀਂ ਹੋਇਆ? ਫਿਰ ਮਹਾਰਾਜ ਕਹਿੰਦੇ ਉਹਦੀ ਨਿਸ਼ਾਨੀ ਤੁਹਾਨੂੰ ਨੀਂਦ ਆ ਜਾਏਗੀ। ਪਹਿਲੀ ਇਹ ਸਟੇਜ। ਜਦੋਂ ਆਪਾਂ ਸਿਮਰਨ ਕਰਾਂਗੇ, ਸਿਮਰਨ ਕਰਦੇ ਕਰਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਸਾਨੂੰ ਕਦੋਂ ਨੀਂਦ ਆ ਗਈ, ਆਪਾਂ ਸੌਂ ਜਾਣਾ। ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਨੀਂਦ ਕਹਿੰਦੇ ਵੀ ਅਸੀਂ ਸੌਂ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਕਿੱਥੇ ਚਲੇ ਗਏ, ਸਾਨੂੰ ਜਦੋਂ ਕਿਸੇ ਨੇ ਉਠਾਇਆ ਅਸੀਂ ਫੇਰ ਉੱਠੇ, ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਕਿੰਨਾ ਟਾਈਮ ਲੰਘ ਗਿਆ ਸੁੱਤੇ ਪਿਆ। ਜਿਹਨੂੰ ਆਪਾਂ ਨੀਂਦ ਕਹਿੰਦੇ ਗੁਰਬਾਣੀ 'ਚ ਉਹਨੂੰ ਕਹਿੰਦੇ ਸੁੰਨ, ਵੀ ਇਹ ਸੁੰਨ ਆਪਣਾ ਘਰ ਹੈ। ਜਦੋਂ ਆਪਾਂ ਸਿਮਰਨ ਕੀਤਾ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਇਆ ਤੇ ਆਪਾਂ ਸੁੰਨ 'ਚ ਚਲੇ ਗਏ, ਆਪਦੇ ਘਰ ਚਲੇ ਗਏ। ਇਸ ਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਸਤਿਗੁਰ ਤੇ ਪਾਈ ਵਿਚਾਰਾ ਸੁੰਨ ਸਮਾਧ ਸੱਚੇ ਘਰ ਬਾਰਾ। ਬਈ ਪਹਿਲਾਂ ਆਪਾਂ ਬਗਾਨੇ ਘਰ ਵੱਸਦੇ ਸੀ, ਇਹ ਸਰੀਰ ਨੂੰ ਬਗਾਨਾ ਘਰ ਕਹਿੰਦੇ। ਇਹਦੇ ਵਿੱਚ ਸਾਡੇ ਅੰਦਰ ਵਿਚਾਰ ਚੱਲਦੇ ਸੀ, ਕਿਤੇ ਸਾਨੂੰ ਚਿੰਤਾ ਸੀ, ਕੋਈ ਫਿਕਰ ਸੀ ਜਾਂ ਕੋਈ ਹੋਰ ਸਾਡੇ ਅੰਦਰ ਫੁਰਨਾ ਵਿਚਾਰ ਚੱਲਦਾ ਸੀ। ਜਦੋਂ ਆਪਾਂ ਸਿਮਰਨ ਕੀਤਾ ਮਨ ਵਿਚਾਰਾਂ ਤੋਂ ਰਹਿਤ ਹੋਇਆ ਤੇ ਆਪਾਂ ਸੌਂ ਗਏ, ਆਪਾਂ ਸੁੰਨ 'ਚ ਚਲੇ ਗਏ। ਹੁਣ ਇਹ ਅਸੀਂ ਵਾਰ-ਵਾਰ ਅਭਿਆਸ ਕਰਨਾ ਹੈ ਜੀ। ਸਿਮਰਨ ਕਰਦੇ ਕਰਦੇ ਆਪਾਂ ਸੌਣਾ। ਇਹ ਨਹੀਂ ਬਈ ਆਪਾਂ ਇੱਕ ਵਾਰ ਸਿਮਰਨ ਕੀਤਾ ਤੇ ਮੁੜ ਕੇ ਸੌਂ ਗਏ ਵੀ ਕਿੰਨੇ ਘੰਟੇ ਲੰਘ ਜਾਣ ਸਾਨੂੰ ਪਤਾ ਹੀ ਨਾ ਲੱਗੇ। ਇਸ ਤਰ੍ਹਾਂ ਨਹੀਂ ਕਰਨਾ। ਸਿਮਰਨ ਕਰਦੇ ਕਰਦੇ ਜਦੋਂ ਅਸੀਂ ਸੌਂ ਗਏ, ਜੇ ਆਪਾਂ ਬੈਠੇ ਫਿਰ ਥੋੜ੍ਹੇ ਟਾਈਮ ਬਾਅਦ ਸਾਡੀ ਫੇਰ ਅੱਖ ਖੁੱਲ੍ਹ ਜਾਣੀ। ਫੇਰ ਜਦੋਂ ਅੱਖ ਖੁੱਲ੍ਹੇਗੀ ਆਪਾਂ ਫੇਰ ਸਿਮਰਨ ਸ਼ੁਰੂ ਕਰ ਦੇਣਾ। ਫੇਰ ਸਿਮਰਨ ਕਰਦੇ ਕਰਦੇ ਆਪਾਂ ਫੇਰ ਸੌਂ ਜਾਣਾ, ਫੇਰ ਸੌਣ 'ਚ ਚਲੇ ਗਏ। ਥੋੜ੍ਹੇ ਸਮੇਂ ਬਾਅਦ ਫੇਰ ਅੱਖ ਖੁੱਲ੍ਹੀ, ਆਪਾਂ ਫੇਰ ਸਿਮਰਨ ਸ਼ੁਰੂ ਕਰ ਦਿੱਤਾ। ਸਿਮਰਨ ਕਰਦੇ ਕਰਦੇ ਫੇਰ ਸੌਂ ਗਏ। ਇਹ ਆਪਾਂ ਵਾਰ-ਵਾਰ ਕਰਨਾ। ਜਦੋਂ ਇਹ ਆਪਾਂ ਵਾਰ-ਵਾਰ ਕਰਾਂਗੇ ਇਹਨੂੰ ਕਹਿੰਦੇ ਫਿਰ ਗੁਰਬਾਣੀ ਗੁਰੂ 'ਚ ਜਿਉਂਦੇ ਜੀ ਮਰਨਾ ਸਿੱਖਣਾ। ਬਈ ਦੇਹ ਤੋਂ ਵਧੇ ਹੋਣਾ, ਸੁੰਨ ਦੇ ਵਿੱਚ ਸਮਾਉਣਾ, ਇਹ ਆਪਾਂ ਇੰਨੀ ਛੇਤੀ ਸਿੱਖ ਲੈਣਾ ਵੀ ਜਦੋਂ ਸਾਡੀ ਇੱਛਾ ਉਦੋਂ ਹੀ ਅਸੀਂ ਬੈਠੇ ਬੈਠੇ ਹੀ ਸੌਂ ਜਾਈਏ, ਤੇ ਜਦੋਂ ਸਾਡੀ ਇੱਛਾ ਅਸੀਂ ਫਿਰ ਜਾਗ ਪਈਏ। ਇਸ ਨੂੰ ਮਹਾਰਾਜ ਕਹਿੰਦੇ ਵੀ ਇੰਨੀ ਛੇਤੀ ਸਿੱਖ ਲਓ, ਜੀਵਤ ਮਰੇ ਮਰੇ ਫਨ ਜੀਵੇ ਐਸੇ ਸੁੰਨ ਸਮਾਇਆ। ਵੀ ਜਿਉਂਦੇ ਜੀ ਮਰਨਾ ਸਿੱਖਣਾ, ਜਿਉਂਦੇ ਜੀ ਸੁੰਨ 'ਚ ਸਮਾ ਗਏ, ਸੌਂ ਗਏ, ਫਿਰ ਇਹ ਸਰੀਰ ਦੇ ਵਿੱਚ ਆ ਗਏ, ਫਿਰ ਇਹਨੂੰ ਛੱਡ ਕੇ ਫਿਰ ਸੁੰਨ 'ਚ ਚਲੇ ਗਏ।
ਜਦੋਂ ਫਿਰ ਆਪਾਂ ਵਾਰ-ਵਾਰ ਸੁਣਨ 'ਚ ਜਾਵਾਂਗੇ, ਸੁਣਨ ਆਪਣਾ ਘਰ ਹੈ, ਫਿਰ ਉੱਥੋਂ ਸਾਨੂੰ ਅੱਗਿਓਂ ਅਨਹਦ ਸ਼ਬਦ ਜਿਹੜਾ ਉਹ ਪ੍ਰਗਟ ਹੁੰਦੇ ਨੇ। ਆਪਾਂ ਨੂੰ ਫਿਰ ਅੱਗਿਓਂ ਮਾਲਕ ਆਵਾਜ਼ ਦੇ ਕੇ ਉਹ ਫਿਰ ਸਾਨੂੰ ਉਠਾਉਂਦੇ ਨੇ ਉਸ, ਜਿਸ ਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ। ਬਈ ਜਦੋਂ ਅਸੀਂ ਵਾਰ-ਵਾਰ ਸੁਣਨ 'ਚ ਜਾਵਾਂਗੇ, ਜਾ ਕੇ ਅਸੀਂ ਉੱਥੇ ਸਮਾ ਗਏ ਹਾਂ ਅਤੇ ਸੁਣਨ ਆਪਣਾ ਘਰ ਹੈ। ਮਾਤਾ ਪਿਤਾ ਦੇਖਦਾ ਵੀ ਬੱਚੇ ਘਰ ਆ ਗਏ ਨੇ, ਫਿਰ ਉਹ ਉੱਥੋਂ ਘਰ ਗਿਆ ਨੂੰ ਸਾਨੂੰ ਆਵਾਜ਼ ਦੇ ਕੇ ਠਾ ਲੈਂਦੇ ਵੀ ਉੱਠੋ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਵੀ ਬੱਚੇ ਸੁੱਤੇ ਪਏ ਹੁੰਦੇ, ਮਾਂ ਪਿਓ ਉਹਨੂੰ ਆਵਾਜ਼ ਦਿੰਦੇ ਵੀ ਉੱਠੋ ਅਤੇ ਉੱਠ ਖੜ੍ਹਦੇ ਨੇ। ਫਿਰ ਇਸੇ ਤਰ੍ਹਾਂ ਹੀ ਜਿਵੇਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ, ਹੁਣ ਤਾਂ ਸਮਾਂ ਬਦਲ ਗਿਆ ਚਲੋ, ਬਈ ਹੁਣ ਉਨਾ ਸਤਿਕਾਰ ਜੀਵ ਨਹੀਂ ਕਰਦੇ ਮਾਂ ਪਿਓ ਦਾ। ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬੱਚੇ ਉੱਠਦੇ, ਸਭ ਤੋਂ ਪਹਿਲਾਂ ਮਾਂ ਪਿਓ ਦੇ ਪੈਰੀਂ ਹੱਥ ਲਾਉਂਦੇ, ਫਿਰ ਉਹਨਾਂ ਦੀ ਸੇਵਾ ਕਰਦੇ, ਸੇਵਾ 'ਤੇ ਹਾਜ਼ਰ ਹੋ ਜਾਂਦੇ। ਇਸੇ ਤਰ੍ਹਾਂ ਹੀ ਫਿਰ ਜਦੋਂ ਆਪਾਂ ਨੂੰ ਮਾਲਕ ਆਵਾਜ਼ ਦੇ ਕੇ ਉਠਾਉਂਦੇ, ਅਸੀਂ ਤੁਰੰਤ ਫਿਰ ਉੱਥੇ ਸੇਵਾ 'ਤੇ ਹਾਜ਼ਰ ਹੋ ਜਾਣਾ। ਸਾਡੇ ਮਨ ਨੇ ਉਸੇ ਫਿਰ ਅਸੀਂ ਜਿਹੜੀ ਉਹ ਆਵਾਜ਼ ਦਿੰਦੇ, ਉਹ ਮਾਲਕ ਦੇ ਚਰਨ ਨੇ, ਪਰਮਾਤਮਾ ਦੇ। ਅਸੀਂ ਫਿਰ ਉਹ ਚਰਨਾਂ ਦੇ ਨਾਲ ਜੁੜਨਾ। ਜਿਵੇਂ ਮਾਤਾ ਪਿਤਾ ਦੇ ਚਰਨੀ ਹੱਥ ਲਾਉਂਦੇ, ਪੈਰਾਂ ਨੂੰ ਹੱਥ ਲਾਉਂਦੇ ਬੱਚੇ ਉੱਠ ਕੇ, ਇਸੇ ਤਰ੍ਹਾਂ ਹੀ ਫਿਰ ਉੱਥੇ ਆਪਾਂ ਮਾਲਕ ਦੇ ਚਰਨਾਂ ਦੇ ਨਾਲ ਜੁੜਨਾ, ਉਹਦੀ ਸੇਵਾ ਕਰਨੀ। ਉਸੇ ਫਿਰ ਜਿਹੜੀ ਸੇਵਾ ਹੁੰਦੀ ਉਹ ਸੁਣ ਸੁਣ ਕੇ ਹੁੰਦੀ ਹੈ। ਮਾਲਕ ਬੋਲ ਰਿਹਾ, ਅਸੀਂ ਬੈਠ ਕੇ ਸੁਣੀ ਜਾਣਾ। ਉਹ ਸੇਵਾ ਹੈ ਸ਼ਬਦ ਗੁਰੂ ਦੀ, ਉਹਨੂੰ ਭਗਤੀ ਕਹਿੰਦੇ। ਇਹ ਜਿਹੜਾ ਆਪਾਂ ਸਰੀਰ ਦੇ ਵਿੱਚ ਰਹਿ ਕੇ ਕਰਦੇ ਹਾਂ, ਚਾਹੇ ਆਪਾਂ ਸਿਮਰਨ ਕਰਦੇ ਹਾਂ, ਚਾਹੇ ਆਪਾਂ ਗੁਰਬਾਣੀ ਵੀ ਪੜ੍ਹਦੇ ਹਾਂ, ਇਹ ਭਗਤੀ ਨਹੀਂ ਹੈ। ਇਹ ਅਸੀਂ ਭਗਤੀ ਦਾ ਰਸਤਾ ਪੁੱਛ ਕੇ ਇਸੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਤ੍ਰੈ ਗੁਣਾਂ ਦੇ ਵਿੱਚੋਂ ਇਹ ਮਾਇਆ ਨੂੰ ਛੱਡਣ ਦੀ। ਮਾਇਆ ਕੀ ਹੈ? ਸਰੀਰ। ਜਦੋਂ ਅਸੀਂ ਇਹ ਮਾਇਆ ਨੂੰ ਛੱਡਾਂਗੇ, ਸਰੀਰ ਨੂੰ ਛੱਡਾਂਗੇ, ਫਿਰ ਸਾਡੀ ਅੱਗੇ ਭਗਤੀ ਸ਼ੁਰੂ ਹੋਣੀ। ਭਗਤੀ ਹੁੰਦੀ ਹੈ ਜੋ ਮਾਲਕ ਬੋਲ ਰਿਹਾ ਉਸ ਨੂੰ ਅਸੀਂ ਸੁਣਨਾ, ਉਹਨੂੰ ਕਹਿੰਦੇ ਨੇ ਸ਼ਬਦ ਗੁਰੂ। ਅਤੇ ਮਹਾਰਾਜ ਫਰਮਾਉਂਦੇ ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ। ਬਈ ਅੱਗੇ ਪੁਰਾਣੀ ਭਾਸ਼ਾ ਸੀ, ਗੁਰੂ ਅਰਜਨ ਦੇਵ ਜੀ ਉਹੀਓ ਭਾਸ਼ਾ ਵਰਤਦੇ। ਜਿਵੇਂ ਪੁਰਾਣੇ ਸਮੇਂ 'ਚ ਜੀਵ ਜਦੋਂ ਇਕੱਠੇ ਹੁੰਦੇ, ਇੱਕ ਦੂਸਰੇ ਨਾਲ ਕੋਈ ਗੱਲ ਕਰਨੀ ਹੁੰਦੀ, ਜਿਵੇਂ ਆਪਾਂ ਹੁਣ ਕਹਿੰਦੇ ਹਾਂ ਵੀ ਸੁਣਾਓ ਕੋਈ ਗੱਲਬਾਤ, ਜਾਂ ਗੁਰਮੁਖ ਕਹਿੰਦੇ ਕੋਈ ਬਚਨ ਸੁਣਾਓ ਜੀ, ਉਦੋਂ ਜੀਵ ਕਹਿੰਦੇ ਵੀ ਬਕੋ ਕੀ ਬਕਦੇ। ਭਾਸ਼ਾ ਸੀ ਉਸ ਸਮੇਂ, ਵੀ ਜਿਵੇਂ ਆਪਾਂ ਹੁਣ ਕਹਿੰਦੇ ਬੋਲੋ, ਉਦੋਂ ਕਹਿੰਦੇ ਬਕੋ ਕੀ ਬਕਦੇ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਪਰਮਾਤਮਾ ਬਕ ਰਿਹਾ। ਹੁਣ ਦੀ ਭਾਸ਼ਾ ਨਾਲ ਆਪਾਂ ਕਹਿ ਲਈਏ ਪਰਮਾਤਮਾ ਬੋਲ ਰਿਹਾ। ਬਈ ਜੋ ਬੋਲ ਰਿਹਾ ਹੈ ਉਹਨਾਂ ਦੀ ਆਵਾਜ਼ ਨੂੰ ਅਸੀਂ ਸੁਣਨਾ। ਜਦੋਂ ਅਸੀਂ ਸੁਣਾਂਗੇ ਉਹ ਭਗਤੀ ਹੈ। ਮਹਾਰਾਜ ਕਹਿੰਦੇ ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਬਈ ਇਹ ਭਗਤੀ ਜਿਹੜੀ ਵਿਰਲਿਆਂ ਵਿਰਲਿਆਂ ਦੇ ਹਿੱਸੇ ਆਉਂਦੀ, ਵਿਰਲੇ ਵਿਰਲੇ ਕਰਦੇ ਗੁਰਮੁਖ, ਕਿਉਂਕਿ ਆਮ ਜੀਵ ਨੂੰ ਤਾਂ ਭਗਤੀ ਦਾ ਪਤਾ ਹੀ ਨਹੀਂ ਵੀ ਭਗਤੀ ਹੈ ਕੀ ਹੈ ਅਤੇ ਕਿੱਥੋਂ ਕਰਨੀ ਹੈ, ਕਿਹਨੇ ਕਰਨੀ ਹੈ, ਕਿੱਥੋਂ ਭਗਤੀ ਸ਼ੁਰੂ ਹੋਣੀ ਸਾਡੀ। ਇਹ ਫਿਰ ਭੇਦ ਸਾਨੂੰ ਸਤ ਸੰਗਤ ਦੇ ਵਿੱਚ ਆ ਕੇ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਆਉਂਦਾ।
ਬਈ ਸਾਡੀ ਜਿਹੜੀ ਭਗਤੀ ਉਹ ਸ਼ੁਰੂ ਹੋਣੀ ਨਾਮ ਤੋਂ, ਸਹਿਜ ਧੁਨ ਤੋਂ। ਇਹ ਜੋ ਨਾਮ ਹੈ ਇਹਨੂੰ ਸਹਿਜ ਧੁਨ ਦਾ ਵੀ ਨਾਮ ਦਿੱਤਾ। ਤੇ ਮਹਾਰਾਜ ਸਾਨੂੰ ਫਰਮਾਉਂਦੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ। ਬਈ ਸਾਡੀ ਜਿਹੜੀ ਭਗਤੀ ਹੀ ਇਹ ਨਾਮ ਤੋਂ ਸ਼ੁਰੂ ਹੁੰਦੀ। ਜਦੋਂ ਅਸੀਂ ਸੁਣਨ 'ਚ ਜਾਂਦੇ ਹਾਂ, ਸੁਣਨ ਦੇ ਵਿੱਚੋਂ ਮਾਲਕ ਆਪਾਂ ਨੂੰ ਆਵਾਜ਼ ਦੇ ਕੇ ਠਾ ਲੈਂਦੇ, ਉਹ ਫਿਰ ਆਪਾਂ ਆਵਾਜ਼ ਨੂੰ ਸੁਣਦੇ, ਉਦੋਂ ਕਹਿੰਦੇ ਭਗਤੀ ਕਰਤੀ। ਇਸੇ ਭਗਤੀ ਨੂੰ ਹੀ ਫਿਰ ਮਹਾਰਾਜ ਬੇਨਤੀ ਕਰਦੇ ਵੀ ਸਾਡੇ 'ਤੇ ਕਿਰਪਾ ਕਰ ਵਾਹਿਗੁਰੂ, ਸਾਨੂੰ ਆਪਣੀ ਭਗਤੀ 'ਤੇ ਲਾ ਲਾ। ਮਹਾਰਾਜ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਵੀ ਸਾਨੂੰ ਆਪਣੀ ਭਗਤੀ 'ਤੇ ਲਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਇਹ ਭਗਤੀ 'ਤੇ ਅਸੀਂ ਫੇਰ ਹੀ ਲੱਗਾਂਗੇ ਜੇ ਅਸੀਂ ਇਹ ਸਿਮਰਨ ਕਰਕੇ ਸੁਣਨ 'ਚ ਜਾਵਾਂਗੇ। ਵਾਰ ਵਾਰ ਅਸੀਂ ਇਹ ਅਭਿਆਸ ਕਰਾਂਗੇ ਸੁਣਨ 'ਚ ਜਾਣ ਦਾ, ਤੇ ਫਿਰ ਆਪਣੀ ਉੱਥੋਂ ਅੱਗੇ ਭਗਤੀ ਸ਼ੁਰੂ ਹੋ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉੱਥੇ ਫਿਰ ਜੋ ਨਾਮ ਹੈ, ਇਹ ਨਾਮ ਨੂੰ ਹੁਕਮ ਆਖਿਆ ਸਾਡੇ ਵਾਸਤੇ। ਜੇ ਅਸੀਂ ਇਹ ਹੁਕਮ ਨੂੰ ਬੁੱਝ ਲੈਂਦੇ ਹਾਂ ਤੇ ਸਾਡਾ ਮਨ ਇੱਥੇ ਜਾ ਕੇ ਹਉਮੈ ਤੋਂ ਰਹਿਤ ਹੋ ਜਾਂਦਾ, ਸਾਡੇ ਅੰਦਰ ਹਉਮੈ ਨਹੀਂ ਰਹਿੰਦੀ। ਮਹਾਰਾਜ ਕਹਿੰਦੇ ਨਾਨਕ ਹੁਕਮੇ ਜੇ ਬੂਝੇ, ਤਾਂ ਹਉਮੈ ਕਹੇ ਨਾ ਕੋਈ। ਜਦੋਂ ਆਪਾਂ ਹੁਕਮ ਨੂੰ ਬੁੱਝ ਲਿਆ, ਉਹਨੂੰ ਸੁਣਨਾ ਸ਼ੁਰੂ ਕਰ ਦਿੱਤਾ, ਉਦੋਂ ਕਹਿੰਦੇ ਵੀ ਹੁਕਮ ਦੇ ਵਿੱਚ ਆ ਗਏ। ਤੇ ਗੁਰਬਾਣੀ ਗੁਰੂ ਸਾਨੂੰ ਇਸੇ ਹੁਕਮ ਦਾ ਹੀ ਭੇਦ ਦਿੰਦੇ ਵੀ ਸਾਡੇ ਸਾਰਿਆਂ ਵਾਸਤੇ ਜੋ ਹੁਕਮ ਹੈ ਉਹ ਇੱਕੋ ਹੀ। ਜੋ ਮਾਲਕ ਦੀ ਆਵਾਜ਼ ਨਾਮ, ਉਹ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਹੁਕਮ ਹੈ, ਤੇ ਉਹ ਸਾਡੇ ਸਾਰਿਆਂ ਦੇ ਅੰਦਰ ਚੱਲ ਰਹੀ ਹੈ। ਜਦੋਂ ਅਸੀਂ ਉਹਨੂੰ ਸੁਣਾਂਗੇ ਤੇ ਕਹਿੰਦੇ ਹੁਕਮ 'ਚ ਆ ਗਏ। ਇਸ ਲਈ ਮਹਾਰਾਜ ਫਰਮਾਉਂਦੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਬਈ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਹੁਕਮ ਇੱਕੋ ਹੀ ਹੈ, ਨਾਮ। ਜੇ ਤਾਂ ਅਸੀਂ ਉਹਨੂੰ ਸੁਣ ਲਿਆ ਤੇ ਅਸੀਂ ਹੁਕਮ 'ਚ ਆ ਗਏ, ਜੇ ਅਸੀਂ ਉਹਨੂੰ ਨਹੀਂ ਸੁਣਦੇ ਅਸੀਂ ਹੁਕਮ ਤੋਂ ਵਾਕੀ, ਹੁਕਮ ਦਾ ਸਾਨੂੰ ਭੇਤ ਨਹੀਂ ਹੈ। ਫਿਰ ਜੀਵ ਸੰਸਾਰ ਦੇ ਵਿੱਚ ਅਗਿਆਨਤਾਵਸ ਹੋ ਕੇ ਫਿਰ ਕਹਿੰਦੇ ਜੀ ਚੱਲਦਾ ਤਾਂ ਉਹਦੇ ਹੁਕਮ 'ਚ ਹੀ ਹੈ ਸਾਰਾ ਕੁਛ, ਉਹਦੇ ਹੁਕਮ ਤੋਂ ਬਿਨਾਂ ਤਾਂ ਪਤਾ ਨਹੀਂ ਹਿਲਦਾ। ਚੱਲਦਾ ਸਾਰਾ ਕੁਛ ਉਹਦੇ ਹੁਕਮ 'ਚ ਹੀ, ਕਿਉਂਕਿ ਹੁਕਮ ਤੋਂ ਹੀ, ਨਾਮ ਤੋਂ ਹੀ ਤਾਂ ਸਾਰਾ ਪਸਾਰਾ ਹੋਇਆ, ਨਾਮ ਦੁਆਰਾ ਹੀ ਤਾਂ ਸਾਰਾ ਕੁਛ ਚੱਲ ਰਿਹਾ। ਜਿੰਨੇ ਵੀ ਖੰਡ ਬ੍ਰਹਿਮੰਡ ਨੇ ਸਾਰੇ ਨਾਮ ਦੇ ਵਿੱਚ ਪਰੋਏ ਹੋਏ। ਜਿੰਨੇ ਵੀ ਇਹ ਆਕਾਰ ਨੇ 84 ਲੱਖ ਜੂਨ, ਇਹ ਜਿਹੜੇ ਸੂਖਮ ਆਕਾਰ ਉਹ ਨਾਮ 'ਚ ਪਰੋਏ ਹੋਏ ਨੇ। ਇਸ ਕਰਕੇ ਸਭ ਦੇ ਅੰਦਰ ਨਾਮ ਹੋਣ ਕਰਕੇ ਸਭ ਨੂੰ ਗਿਆਨ ਵੀ ਹੈ, ਕਿਸੇ ਨੂੰ ਜ਼ਿਆਦਾ ਕਿਸੇ ਨੂੰ ਥੋੜ੍ਹਾ, ਇਹ ਸਭ ਨੂੰ ਗਿਆਨ। ਕੋਈ ਇੱਕ ਜੀਵ ਵੀ ਹੈ, ਛੋਟਾ ਜਿਹਾ ਕੀੜਾ, ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ, ਉਹ ਆਪਦੀ ਜਾਨ ਬਚਾਉਣ ਵਾਸਤੇ ਭੱਜਦਾ। ਉਹ ਕਾਹਦੋਂ ਭੱਜਦਾ? ਕਿਉਂਕਿ ਉਹਨੂੰ ਗਿਆਨ ਹੈ। ਉਹਨੂੰ ਕਿਉਂ ਗਿਆਨ ਹੈ? ਕਿਉਂਕਿ ਉਹਦੇ ਅੰਦਰ ਨਾਮ ਹੈ, ਇਸ ਕਰਕੇ ਉਹਨੂੰ ਗਿਆਨ ਹੈ। ਇਹ ਨਾਮ ਨੂੰ ਬੀਜ ਮੰਤਰ ਕਹਿੰਦੇ। ਮਹਾਰਾਜ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ। ਹੁਣ ਸੱਚੇ ਪਾਤਸ਼ਾਹ ਕਹਿੰਦੇ ਵੀ ਚੱਲਦਾ ਤਾਂ ਸਾਰਾ ਕੁਛ ਨਾਮ ਦੇ ਆਸਰੇ ਹੀ ਹੈ, ਇਸ ਕਰਕੇ ਕਹਿੰਦੇ ਹੁਕਮ 'ਚ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਬਈ ਹੈ ਤਾਂ ਸਾਰਾ ਕੁਛ ਉਹਦੇ ਹੁਕਮ 'ਚ ਹੀ ਚੱਲ ਰਿਹਾ, ਪਰ ਅਸੀਂ ਹੁਕਮ ਨੂੰ ਬੁੱਝਣਾ ਵੀ ਹੁਕਮ ਹੈ ਕੀ ਹੈ, ਹੁਕਮ ਕਹਿੰਦੇ ਕਿਸ ਨੂੰ। ਉਹ ਫਿਰ ਸਾਨੂੰ ਗੁਰਬਾਣੀ ਗੁਰੂ ਭੇਜ ਦਿੰਦੇ ਬਈ ਉਹ ਹੁਕਮ ਕੀ ਹੈ। ਹੁਕਮ ਹੈ ਨਾਮ। ਬਈ ਜੇ ਤਾਂ ਤੁਸੀਂ ਉਹ ਨਾਮ ਤੱਕ ਪਹੁੰਚ ਗਏ, ਤੁਸੀਂ ਹੁਕਮ ਨੂੰ ਬੁੱਝ ਲਿਆ, ਤੁਸੀਂ ਹੁਕਮ ਦੇ ਵਿੱਚ ਆ ਗਏ, ਤੇ ਨਿਸ਼ਾਨੀ ਤੁਹਾਡੇ ਅੰਦਰ ਹਉਮੈ ਨਹੀਂ ਰਹਿਣੀ, ਹੰਕਾਰ ਨਹੀਂ ਰਹਿਣਾ। ਤੇ ਜੇ ਅਸੀਂ ਹੁਕਮ ਨੂੰ ਬੁੱਝਿਆ ਨਹੀਂ, ਫਿਰ ਸਾਡੇ ਅੰਦਰ ਹਉਮੈ ਹੁੰਦੀ, ਹੰਕਾਰ ਹੁੰਦਾ।
ਤੇ ਜਦੋਂ ਜੀਵ ਦੇ ਅੰਦਰ ਹਉਮੈ ਹੰਕਾਰ ਹੈ ਫਿਰ ਹੀ ਉਹ ਲੜਾਈਆਂ ਝਗੜੇ ਕਰਦਾ, ਫਿਰ ਹੀ ਉਹ ਈਰਖਾ ਕਰਦਾ, ਫਿਰ ਹੀ ਉਹ ਵੈਰ ਵਿਰੋਧ ਕਰਦਾ, ਫਿਰ ਹੀ ਉਹ ਦੂਸਰੇ ਦੀ ਵਡਾਈ ਕਰਦਾ, ਦੂਜਿਆਂ ਦੀ ਨਿੰਦਾ ਉਦੋਂ ਹੀ ਜੀਵ ਕਰਦਾ ਹੈ ਜਦੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਬੜਾ ਚੰਗਾ, ਉਹ ਦੂਜਾ ਮਾੜਾ ਹੈ, ਤਾਂਹੀਓ ਨਿੰਦਾ ਕਰਦਾ। ਜਦੋਂ ਆਪਾਂ ਨੂੰ ਸੋਝੀ ਹੋ ਜਾਂਦੀ, ਭੇਤ ਆ ਜਾਂਦਾ, ਫਿਰ ਸਾਡੀ ਇਹ ਅਵਸਥਾ ਬਣ ਜਾਂਦੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਈ ਜੇ ਕੋਈ ਬੁਰਾ ਹੈ ਤਾਂ ਉਹ ਅਸੀਂ ਆਪ ਹਾਂ, ਵੀ ਅਸੀਂ ਚੰਗੇ ਨਹੀਂ ਹੈ, ਹੋਰ ਕੋਈ ਬੁਰਾ ਨਹੀਂ। ਇਸ ਵਾਸਤੇ ਫਿਰ ਸਾਡਾ ਮਨ ਹੈ ਜਿਹੜਾ ਜਦੋਂ ਹੁਕਮ 'ਚ ਆ ਗਿਆ, ਫਿਰ ਇਹਦੇ ਅੰਦਰ ਇੰਨੀ ਜ਼ਿਆਦਾ ਨਿਮਾਣਤਾ ਆ ਜਾਂਦੀ, ਇੰਨਾ ਨੀਵਾਂ ਹੋ ਜਾਂਦਾ, ਫਿਰ ਇਹ ਸਭ ਨੂੰ ਆਪ ਤੋਂ ਉੱਚਾ ਹੀ ਸਮਝਦੇ, ਆਪਦੇ ਆਪ ਨੂੰ ਸਭ ਤੋਂ ਨੀਵਾਂ ਹੋ ਜਾਂਦਾ। ਤਾਂਹੀਓ ਮਹਾਰਾਜ ਵਾਰ-ਵਾਰ ਗੁਰਬਾਣੀ 'ਚ ਆਪਾਂ ਉਹਨਾਂ ਦੇ ਬਚਨ ਪੜ੍ਹਦੇ, ਨਾਨਕ ਨੀਚ ਕਹੇ ਵਿਚਾਰ। ਮਹਾਰਾਜ ਕਿੰਨਾ ਮਨ ਨੂੰ ਨੀਵਾਂ ਕਰਕੇ ਕਹਿੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਆਪਾਂ ਵੀ ਸੁਖੀ ਹੋਣਾ ਚਾਹੁੰਦੇ ਹਾਂ ਤੇ ਕਹਿੰਦੇ ਵੀ ਨੀਵੇਂ ਹੋ ਜਾਓ, ਇੰਨੇ ਨੀਵੇਂ ਹੋ ਜਾਓ ਮਨ ਕਰਕੇ, ਨੀਚਾਂ ਅੰਦਰ ਨੀਚ ਜਾਚ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿਸੇ ਨੀਚ ਸੰਭਾਲੀਆਂ ਤਿਥੇ ਨਦਰ ਤੇਰੀ ਬਖਸ਼ੀਸ਼। ਵੀ ਜਿੰਨੇ ਅਸੀਂ ਮਨ ਕਰਕੇ ਨੀਵੇਂ ਹੋ ਜਾਵਾਂਗੇ ਉਨਾ ਹੀ ਅਸੀਂ ਸੁਖੀ ਹੋ ਜਾਣਾ। ਸੋ ਇਸ ਵਾਸਤੇ ਫਿਰ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ ਫਿਰ ਤਾਂ ਸਾਡਾ ਮਨ ਬਹੁਤ ਨੀਵਾਂ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਕਮ ਨੂੰ ਜਦੋਂ ਬੁੱਝ ਲਿਆ ਸਾਡੇ ਮਨ ਨੇ ਹਉਮੈ ਤੋਂ ਰਹਿਤ ਹੋ ਜਾਣਾ। ਤਾਂਹੀਓ ਫਿਰ ਭਗਤਾਂ ਨੇ ਆਖਿਆ, ਜਿਵੇਂ ਬਾਬਾ ਕਬੀਰ ਜੀ ਕਹਿੰਦੇ ਵੀ ਹੁਣ ਅਸੀਂ ਦੁਬਾਰਾ ਨਹੀਂ ਆਵਾਂਗੇ। ਆਪਾਂ ਉਹਨਾਂ ਤੋਂ ਪੁੱਛਦੇ ਵੀ ਤੁਸੀਂ ਕਿਉਂ ਨਹੀਂ ਆਉਂਗੇ, ਵੀ ਸੰਸਾਰ 'ਚ ਤਾਂ ਜੀਵਾਂ ਦਾ ਆਉਣ ਜਾਣ ਬਣਿਆ ਹੋਇਆ। ਉਹ ਕਹਿੰਦੇ ਅਸੀਂ ਤਾਂ ਨਹੀਂ ਆਵਾਂਗੇ, ਅਸੀਂ ਹੁਣ ਹੁਕਮ ਨੂੰ ਬੁੱਝ ਲਏ, ਹੁਕਮ ਨੂੰ ਬੁੱਝ ਕੇ ਨਾਮ ਨੂੰ ਹੁਣ ਅਸੀਂ ਨਾਮ ਦੇ ਵਿੱਚ ਸਮਾ ਗਏ ਹਾਂ ਤੇ ਹੁਣ ਸਾਨੂੰ ਦੁਬਾਰਾ ਵਾਪਸ ਆਉਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਬਾਹਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੇ ਬੂਝ ਸਮਾਹੇਂਗੇ। ਬਈ ਹੈ ਤਾਂ ਸਾਰਾ ਕੁਝ ਆਉਣ ਜਾਣ ਉਹਦੇ ਹੁਕਮ 'ਚ ਹੀ ਹੈ, ਪਰ ਹੁਣ ਅਸੀਂ ਹੁਕਮ ਨੂੰ ਬੁੱਝ ਲਿਆ, ਹੁਣ ਅਸੀਂ ਹੁਕਮ ਨੂੰ ਜਾਣ ਲਿਆ, ਹੁਣ ਹੁਕਮ ਦੇ ਵਿੱਚ ਆ ਗਏ ਹਾਂ ਤੇ ਹੁਣ ਦੁਬਾਰਾ ਨਹੀਂ ਆਵਾਂਗੇ, ਵਾਪਸ ਫਿਰ ਕਾਰਾਂ 'ਚ ਨਹੀਂ ਆਵਾਂਗੇ। ਸੋ ਇਸੇ ਤਰ੍ਹਾਂ ਹੁਣ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਹੁਕਮ ਨੂੰ ਬੁੱਝੋ, ਹੁਕਮ ਦੇ ਵਿੱਚ ਆਵੋ। ਹੁਣ ਉਹ ਹੁਕਮ ਨੂੰ ਬੁੱਝਣ ਵਾਸਤੇ ਹੀ, ਹੁਕਮ ਨੂੰ ਜਾਣਨ ਲਈ ਹੀ ਇਹ ਆਪਾਂ ਸਿਮਰਨ ਅਭਿਆਸ ਕਰਦੇ ਹਾਂ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਸਾਡਾ ਮਨ ਨਿਰਮਲ ਹੋ ਜਾਂਦਾ, ਸਾਡੇ ਮਨ ਦੀ ਮੈਲ ਲੱਥ ਜਾਂਦੀ ਹੈ, ਫਿਰ ਆਪਾਂ ਬੈਰਾਗੀ ਹੋ ਜਾਂਦੇ, ਫਿਰ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ। ਗੁਰੂ ਆਪਣਾ ਭਰਮ ਦਾ ਪਰਦਾ ਪਾਸੇ ਕਰਕੇ ਜਦੋਂ ਆਪਾਂ ਨੂੰ ਸਤਿਗੁਰ ਦੇ ਸਨਮੁਖ ਕਰ ਦਿੰਦੇ, ਪਰਮਾਤਮਾ ਦੇ। ਜਦੋਂ ਆਪਾਂ ਪਰਮਾਤਮਾ ਨੂੰ ਸਾਹਮਣੇ ਦੇਖਦੇ, ਸਾਡੇ ਨੇਤਰਾਂ ਦੇ ਨਾਲ ਨੇਤਰ ਮਾਲਕ ਦੇ ਮਿਲਦੇ, ਫਿਰ ਉਦੋਂ ਕਹਿੰਦੇ ਵੀ ਇਹ ਗੁਰਮੁਖ ਮਾਲਕ ਦੇ ਸਨਮੁਖ ਹੋ ਗਏ ਨੇ ਤੇ ਹੁਣ ਇਹ ਹੁਕਮ ਲੈਣ ਵਾਸਤੇ ਹੁਣ ਇਹ ਤਿਆਰ ਨੇ। ਬਈ ਮਾਲਕ ਸਾਨੂੰ ਹੁਣ ਕੀ ਹੁਕਮ ਕਰਦਾ, ਕੀ ਸਾਨੂੰ ਸੁਣਾ ਰਹੇ ਹੈ। ਜਿਵੇਂ ਆਪਾਂ ਸੰਸਾਰ ਦੇ ਵਿੱਚ ਵੀ ਕਿਸੇ ਨੇ ਆਪਾਂ ਨੂੰ ਕੋਈ ਫੈਸਲਾ ਸੁਣਾਉਣਾ ਹੋਵੇ, ਪੰਚਾਇਤੀ ਲਾ ਲਓ ਜਾਂ ਕੋਈ ਹੋਰ ਲਾ ਲਓ, ਜਦੋਂ ਜੀਵ ਉਹਦੇ ਸਨਮੁਖ ਹੋਏਗਾ ਤੇ ਫਿਰ ਉਹਨੂੰ ਸਾਹਮਣੇ ਉਹਨੂੰ ਸੁਣਾਇਆ ਜਾਂਦਾ ਵੀ ਆਹ ਫੈਸਲਾ ਤੇਰਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸਤਿਗੁਰ ਦੇ ਸਨਮੁਖ ਹੋ ਜਾਂਦੇ
ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਸਨਮੁਖ ਮਨਮੁਖ ਬੇਮੁਖੀ ਆ। ਬਈ ਗੁਰਮੁਖ ਮਾਲਕ ਦੇ ਸਨਮੁਖ ਹੋਵੇ ਹੁਕਮ ਲੈਣ ਵਾਸਤੇ, ਵੀ ਮਾਲਕ ਸਾਨੂੰ ਹੁਣ ਹੁਕਮ ਕਰੇ। ਫਿਰ ਉਹ ਜਦੋਂ ਸਾਡੇ ਨੇਤਰਾਂ 'ਚ ਨੇਤਰ ਮਿਲਦੇ, ਸਾਡੀ ਸੁਰਤੀ ਕੰਨਾਂ 'ਚ ਆ ਜਾਂਦੀ ਵੀ ਹੁਣ ਸਾਨੂੰ ਕੀ ਬਚਨ ਕਰਦੇ, ਕੀ ਹੁਕਮ ਕਰਦੇ। ਇਸ ਨੂੰ ਮਹਾਰਾਜ ਕਹਿੰਦੇ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਈ। ਵੀ ਜਦੋਂ ਸਾਡੇ ਨੇਤਰਾਂ 'ਚ ਨੇਤਰ ਮਿਲੇ, ਸੁਰਤੀ ਕਰਨਾ ਚਾਹੀਦੇ, ਫਿਰ ਆਪਾਂ ਨੂੰ ਮਾਲਕ ਦੀ ਜੋ ਆਵਾਜ਼ ਉਹ ਸੁਣਾਈ ਦਿੰਦੀ, ਜਿਹਨੂੰ ਹੁਕਮ ਕਹਿੰਦੇ। ਉਦੋਂ ਫਿਰ ਸਾਨੂੰ ਭੇਦ ਖੁੱਲ੍ਹਦਾ ਬਈ ਇਹ ਨਾਮ ਦਾ ਜਿਹੜਾ ਹੱਕਦਾਰ ਉਹ ਸਤਿਗੁਰੂ, ਬਈ ਇਹ ਕਿਸੇ ਹੋਰ ਬੰਦੇ ਦੇ ਹੱਥ ਨਹੀਂ ਹੈ, ਬਈ ਇਹ ਸਾਨੂੰ ਸਤਿਗੁਰੂ ਦੇ ਸਕਦੇ ਨਾਮ, ਉਹ ਸਾਨੂੰ ਹੁਕਮ ਸੁਣਾ ਸਕਦੇ। ਇਸ ਵਾਸਤੇ 'ਚ ਫਿਰ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਵੀ ਇਹ ਗੁਰੂ ਦੇ ਸਿੱਖ ਵੱਡੇ ਭਾਗਾਂ ਵਾਲੇ, ਇਹਨਾਂ ਨੇ ਸਤਿਗੁਰ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਲਈ ਹੈ। ਸੋ ਇਸ ਵਾਸਤੇ ਫਿਰ ਇਹ ਆਪਾਂ ਨੂੰ ਸਮਝਾਇਆ ਗੁਰਬਾਣੀ ਗੁਰੂ ਵਿੱਚ, ਬਈ ਜਦੋਂ ਆਪਾਂ ਫਿਰ ਇਸ ਮਾਰਗ ਦੇ ਉੱਤੇ ਚੱਲਦੇ, ਭਗਤੀ ਦੇ ਮਾਰਗ 'ਤੇ, ਫਿਰ ਇਹ ਆਪਾਂ ਨੂੰ ਅਕਥ ਕਥਾ ਦੁਆਰਾ ਇਹ ਸਾਰਾ ਗਿਆਨ ਦਿੱਤਾ ਜਾਂਦਾ ਹੈ, ਸਾਰੀ ਸੋਝੀ ਦਿੱਤੀ ਜਾਂਦੀ ਹੈ ਬਈ ਅਸੀਂ ਕਿਵੇਂ ਭਗਤੀ ਕਰਨੀ। ਕਿਉਂਕਿ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਨਹੀਂ, ਸਾਨੂੰ ਭਗਤੀ ਦਾ ਪਤਾ ਹੀ ਨਹੀਂ ਲੱਗਦਾ। ਇਸ ਲਈ ਨਾ ਤਾਂ ਸਾਨੂੰ ਗੁਰੂ ਤੋਂ ਬਿਨਾਂ ਗਿਆਨ ਹੋਵੇ, ਨਾ ਸਾਨੂੰ ਸੋਝੀ ਆਵੇ, ਨਾ ਅਸੀਂ ਭਗਤੀ ਕਰ ਸਕਦੇ। ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਗੁਰੂ ਦੀ ਮੱਤ ਲਓ, ਵੀ ਆਪਦੀ ਮੱਤ ਦੁਆਰਾ ਨਹੀਂ ਹੋ ਸਕਦਾ। ਮਾਰੇ ਕਹਿੰਦੇ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਹੁਣ ਗੁਰੂ ਦੀ ਮੱਤ ਲੈਣ ਵਾਸਤੇ ਸਭ ਤੋਂ ਵੱਡੀ ਜਿਹੜੀ ਵਿੱਚ ਰੁਕਾਵਟ ਹੈ, ਉਹ ਹੈ ਸਾਡੀ ਆਪਣੀ ਮੱਤ, ਸਾਡੀ ਆਪਣੀ ਸੋਚ, ਸਾਡੀ ਆਪਣੀ ਸਿਆਣਪ। ਇਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਹੁਣ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਗੁਰੂ ਘਰ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਬਸ ਇੱਥੇ ਆਪਾਂ ਆਉਂਦੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ। ਅਤੇ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਗੁਰੂ ਦੀ ਮੱਤ ਲੈਣੀ, ਪਹਿਲਾਂ ਤੁਹਾਨੂੰ ਆਪਦੀ ਮੱਤ ਛੱਡਣੀ ਪਏਗੀ। ਅਤੇ ਨਾਲ ਹੀ ਸਾਨੂੰ ਕਹਿੰਦੇ ਵੀ ਆਪਦੀ ਮੱਤ ਹੀ ਛੱਡਣੀ ਔਖੀ, ਕਠਿਨ ਹੈ, ਪਹਿਲਾਂ ਸੋਚ ਲਓ ਵੀ ਛੱਡ ਸਕਦੇ। ਮਹਾਰਾਜ ਕਹਿੰਦੇ ਮਨ ਕੀ ਮੱਤ ਤੇ ਆਗੋ ਹਰ ਜਨ, ਇਹਾਂ ਬਾਤ ਕਠਿਨੀ ਕਠਿਨ ਵਾਚ। ਹੁਣ ਆਪਾਂ ਫਿਰ ਪੁੱਛਦੇ ਵੀ ਤੁਸੀਂ ਵੀ ਕਹਿੰਦੇ ਹੋ ਕਠਿਨ ਹੈ, ਔਖੀ ਹੈ, ਛੱਡੀ ਕਿਵੇਂ ਜਾਵੇ। ਫਿਰ ਮਹਾਰਾਜ ਕਹਿੰਦੇ ਛੱਡੀ ਜਾਏਗੀ ਜੇ ਤੁਸੀਂ ਸਿਮਰਨ ਕਰੋ ਤਾਂ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਇਸੇ ਕਰਕੇ ਕਰਦੇ ਹਾਂ ਵੀ ਅਸੀਂ ਆਪਦੀ ਮੱਤ ਛੱਡ ਦਈਏ, ਅਸੀਂ ਆਪਦੀ ਸਿਆਣਪ ਛੱਡ ਦਈਏ। ਜਿਹੜਾ ਸਾਡਾ ਮਨ ਚਤਰਾਈ ਕਰਦਾ, ਅਸੀਂ ਉਹ ਚਤਰਾਈਆਂ ਬੰਦ ਕਰਤੀ। ਇਸ ਵਾਸਤੇ ਆਪਾਂ ਇਹ ਸਿਮਰਨ ਕਰਦੇ ਹਾਂ, ਇਸ ਕਰਕੇ ਦਿਨ ਰਾਤ ਕੂਕਦੇ। ਤਾਂਹੀਓ ਮਹਾਰਾਜ ਸਾਨੂੰ ਫਿਰ ਕਹਿੰਦੇ ਅਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਬਈ ਜੇ ਤੁਸੀਂ ਚਾਹੁੰਦੇ ਹੋ ਗੁਰੂ ਦੀ ਮੱਤ ਲੈਣੀ, ਤੇ ਫਿਰ ਕਹਿੰਦੇ ਲਗਾਤਾਰ ਹੀ ਸਿਮਰਨ ਕਰੋ। ਹੁਣ ਜਿਉਂ-ਜਿਉਂ ਆਪਾਂ ਇਹ ਸਿਮਰਨ ਵਧਾਵਾਂਗੇ, ਅਤੇ ਉਹਦੇ ਸਾਡੀ ਆਪਣੀ ਮੱਤ, ਸਾਡੀ ਸੋਚ ਖਤਮ ਹੋਏਗੀ, ਫਿਰ ਸਾਨੂੰ ਗੁਰੂ ਦੀ ਮੱਤ ਆਉਣੀ ਹੈ। ਆਓ ਹੁਣ ਆਪਦੀ ਸਿਆਣਪ ਖਤਮ ਕਰਨ ਵਾਸਤੇ, ਆਪਦੀ ਮੱਤ ਖਤਮ ਕਰਨ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਹਦੇ ਨਾਲ ਫਿਰ ਆਪਣੀ ਜਿਹੜੀ ਮੱਤ ਇਹ ਖਤਮ ਹੁੰਦੀ ਹੈ। ਮੱਤ ਕੀ ਵੀ ਜੋ ਸਾਡੇ ਵਿਚਾਰ ਨੇ ਫੁਰਨੇ, ਇਹ ਸਾਡੇ ਵਿਚਾਰ ਫੁਰਨੇ ਖਤਮ ਹੋ ਜਾਂਦੇ। ਫਿਰ ਇਹ ਸਿਮਰਨ ਕਰਦੇ ਕਰਦੇ ਆਪਾਂ ਨੂੰ ਨੀਂਦ ਆ ਜਾਏਗੀ, ਆਪਾਂ ਸੁਣਨ 'ਚ ਚਲੀ ਜਾਵਾਂਗੇ। ਇਹ ਫਿਰ ਆਪਾਂ ਵਾਰ-ਵਾਰ ਕਰਨਾ, ਜਿਵੇਂ ਸਿਮਰਨ ਕਰਦੇ ਕਰਦੇ ਸੌਂ ਜਾਣਾ, ਫਿਰ ਜਦੋਂ ਅੱਖ ਖੁੱਲ੍ਹਣੀ ਫਿਰ ਸਿਮਰਨ ਕਰਨਾ, ਫਿਰ ਸੌਣਾ। ਜਿਵੇਂ ਹੁਣ ਆਪਣੇ ਉਸੇ ਗੁਰਦੁਆਰਾ ਪ੍ਰਭ ਮਿਲਣੇ ਕਚਾਓ, ਉੱਥੇ ਗੁਰਮੁਖਾਂ ਦੀਆਂ ਡਿਊਟੀਆਂ ਲੱਗਦੀਆਂ ਵੀ ਜਦੋਂ ਐਂ ਕਲਾਸ ਲੱਗਦੀ ਵੀ ਇੱਕ ਗੁਰਮੁਖ ਆਇਆ ਉਹਨੇ 10 ਮਿੰਟ ਸਿਮਰਨ ਕਰਾਉਣਾ। 10 ਮਿੰਟਾਂ ਦੇ ਵਿੱਚ ਜਿਹੜੀ ਸੰਗਤ ਹੈ ਗੁਰਮੁਖ ਉਹਨੇ ਸਹਿਜ 'ਚ ਲੈ ਜਾਣਾ, ਉਹਨੂੰ ਨੀਂਦ ਆ ਜਾਏ।
कोई ਵੱਖੋ ਵੱਖਰੀ ਸਟੇਜ, ਕੋਈ 2 ਮਿੰਟ 'ਚ ਹੀ, ਕੋਈ 4 ਮਿੰਟ 'ਚ ਹੀ ਸੌਂ ਜਾਂਦਾ। ਫਿਰ ਉਹ ਜਦੋਂ ਸੌਂ ਗਏ, ਸਹਿ 'ਚ ਚਲੇ ਗਏ, ਫਿਰ ਦੂਸਰੇ ਗੁਰਮੁਖ ਨੇ ਆਉਣਾ, ਉਹਨੇ ਫਤਿਹ ਬੁਲਾਉਣੀ, ਉਹਨੇ ਸੁੰਨ 'ਚੋਂ ਇੱਧਰ ਲੈ ਆਉਣਾ ਉਹਨਾਂ ਨੂੰ ਵੀ ਜਗਾ ਲੈਣ। ਫਿਰ ਜਦੋਂ ਜਾਗ ਪਏ ਉਹਨੇ ਸਿਮਰਨ ਸ਼ੁਰੂ ਕਰਾਉਣਾ, ਉਹਨੇ 10 ਮਿੰਟਾਂ 'ਚ ਹੀ ਫਿਰ ਉਹਨਾਂ ਨੂੰ ਸੁੰਨ 'ਚ ਲੈ ਕੇ ਜਾਣਾ। ਫਿਰ ਉਹ ਸੁੰਨ 'ਚ ਚਲੇ ਗਏ, ਤੀਜੇ ਗੁਰਮੁਖ ਨੇ ਆਉਣਾ, ਉਹਨੇ ਆ ਕੇ ਫਤਿਹ ਬੁਲਾਉਣੀ, ਸੁੰਨ 'ਚੋਂ ਕੱਢ ਕੇ ਬਾਹਰ, ਉਹ ਫਿਰ ਉਹਨਾਂ ਨੂੰ ਸਿਮਰਨ ਕਰਾਉਣਾ, ਫਿਰ ਸੁੰਨ 'ਚ ਲੈ ਕੇ ਜਾਣਾ। ਮਤਲਬ ਇਸ ਤਰ੍ਹਾਂ ਆਪਾਂ ਇਹ ਵਾਰ-ਵਾਰ ਅਭਿਆਸ ਕਰਨਾ। ਬਈ ਸਿਮਰਨ ਕਰਦੇ ਕਰਦੇ ਸੁੰਨ 'ਚ ਚਲੇ ਗਏ, ਫਿਰ ਉੱਥੋਂ ਬਾਹਰ ਆਉਣਾ, ਫਿਰ ਸਿਮਰਨ ਕਰਨਾ, ਫਿਰ ਉੱਥੇ ਜਾਣਾ, ਫਿਰ ਉੱਧਰੋਂ ਇੱਧਰ ਆਉਣਾ, ਫਿਰ ਜਾਣਾ। ਇਹ ਵਾਰ-ਵਾਰ ਕਰਨਾ। ਜਦੋਂ ਆਪਾਂ ਇਹ ਵਾਰ-ਵਾਰ ਕਰਾਂਗੇ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਕਿਸ ਸਟੇਜ 'ਤੇ ਜਾ ਕੇ ਸਾਡਾ ਮਨ ਹੈ ਜਿਹੜਾ ਉਹ ਪਾਉਣ ਤੋਂ ਵੱਖ ਹੁੰਦਾ ਵੀ ਅਸੀਂ ਸੌਂਦੇ। ਫਿਰ ਆਪਾਂ ਸਹਿਜ ਸਵਾਈ ਉਹ ਪੁਆਇੰਟ 'ਤੇ ਚਲੇ ਜਾਵਾਂਗੇ ਅਤੇ ਆਪਦੀ ਮਰਜ਼ੀ ਨਾਲ ਇਹ ਦੇਹ ਛੱਡਦਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵਾਰ-ਵਾਰ ਕਰਨਾ। ਜਿਵੇਂ ਭਗਤਾਂ ਨੇ ਦਿਨ ਦੇ ਸਮੇਂ ਤੋਂ ਕੰਮ ਕਰਦੇ, ਰਾਤ ਆਪਣੇ ਕੋਲ ਹੁੰਦੀ, ਸਾਰੀ ਰਾਤ ਜਿਹੜੀ ਭਗਤ ਨੇ ਜਿਹੜੇ ਗੁਰਮੁਖ, ਉਹ ਫਿਰ ਕੀ ਕਰਦੇ, ਉਹ ਫਿਰ ਰਾਤ ਨੂੰ ਅਭਿਆਸ ਕਰਦੇ। ਜਿਵੇਂ ਜਿੰਨੇ ਵੀ ਭਗਤ ਦਿਨੇ ਤਾਂ ਕੰਮ ਕਾਰ ਕਰਦੇ ਸੀ, ਕੋਈ ਤਾਣਾ ਬੁਣ ਰਿਹਾ, ਕੋਈ ਜੁੱਤੀਆਂ ਗੰਢ ਰਿਹਾ, ਕੋਈ ਕੱਪੜੇ ਰੰਗ ਰਿਹਾ, ਸਾਰੇ ਕੰਮ ਕਾਰ ਕਰਦੇ ਨੇ। ਜਦੋਂ ਰਾਤ ਪੈਂਦੀ, ਰਾਤ ਆਪਣੇ ਕੋਲ ਹੁੰਦੀ ਹੈ, ਕਿਉਂਕਿ ਬਾਕੀ ਤਾਂ ਸਭ ਸੌਂ ਜਾਂਦੇ, ਕਿਸੇ ਨੂੰ ਕੁਛ ਨਹੀਂ, ਸਾਰੇ ਸੌਂ ਗਏ। ਉਦੋਂ ਆਪਾਂ ਉਹ ਫਿਰ ਗੁਰਮੁਖ ਭਗਤ ਰਾਤ ਨੂੰ ਅਭਿਆਸ ਕਰਦੇ, ਰਾਤ ਨੂੰ ਉਹ ਆਪਦਾ ਇਸ ਤਰ੍ਹਾਂ ਜਿਉਂਦੇ ਜੀ ਮਰਨਾ ਸਿੱਖਦੇ। ਇਸੇ ਲਈ ਮਹਾਰਾਜ ਕਹਿੰਦੇ ਫਿਰ ਜਿਹੜੇ ਸੰਤ ਗੁਰਮੁਖ ਉਹ ਫਿਰ ਮਾਲਕ ਦੇ ਪਿਆਰੇ ਜਿਹੜੇ ਉਹ ਜਾਗਦੇ। ਮਹਾਰਾਜ ਕਹਿੰਦੇ ਭਿੰਨੀ ਰੈਣੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਵੀ ਮਨਮੁਖ ਤਾਂ ਸੁੱਤੇ ਰਹਿੰਦੇ, ਦਿਨੇ ਵੀ ਸੁੱਤੇ, ਰਾਤ ਨੂੰ ਵੀ ਸੁੱਤੇ, ਕਿਉਂਕਿ ਸੁੱਤੇ ਵਿਚਾਰਾਂ 'ਚ। ਦਿਨ ਦੇ ਸਮੇਂ ਵੀ ਜਿਹਨੂੰ ਆਪਾਂ ਜਾਗਣਾ ਕਹਿੰਦੇ, ਇਹਨੂੰ ਗੁਰਬਾਣੀ 'ਚ ਜਾਗਣਾ ਨਹੀਂ ਕਹਿੰਦੇ। ਮਨ ਦਾ ਜਾਗਣਾ ਹੋਰ ਹੈ, ਇਹ ਤਨ ਦਾ ਜਾਗਣਾ ਹੋਰ ਹੈ। ਮਨ ਉਦੋਂ ਜਾਗਦਾ ਜਦੋਂ ਤ੍ਰੈ ਗੁਣਾਂ ਤੋਂ ਰਹਿਤ ਹੋ ਜਾਂਦਾ, ਜਦੋਂ ਨਾਮ ਦੇ ਨਾਲ ਜੁੜ ਜਾਂਦਾ, ਉਦੋਂ ਮਨ ਜਾਗਦਾ। ਇਹ ਸਰੀਰ ਹੈ ਜਿਹੜਾ, ਸਰੀਰ ਕਰਕੇ ਜਿਵੇਂ ਆਪਾਂ ਜਾਗ ਪਏ, ਜੇ ਮਨ ਵਿਚਾਰਾਂ 'ਚ ਚਲਾ ਗਿਆ ਉਹਨੂੰ ਕਹਿੰਦੇ ਸੁੱਤੇ ਪਏ, ਸੌਂ ਗਏ ਨਹੀਂ। ਜਿਵੇਂ ਹੁਣ ਮਹਾਰਾਜ ਦੱਸਦੇ ਵੀ ਸਾਰਾ ਸੰਸਾਰ ਸੁੱਤਾ ਪਿਆ, ਹੁਣ ਸਰੀਰ ਕਰਕੇ ਤਾਂ ਸਾਰੇ ਨਹੀਂ ਸੁੱਤੇ ਪਏ, ਮਨ ਸੁੱਤੇ ਪਏ ਨੇ। ਤੇਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਣ। ਵੀ ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋ ਗਿਆ, ਮਨ ਨਾਮ ਦੇ ਨਾਲ ਜੁੜ ਗਿਆ ਨੇ, ਜਾਗ ਪੈਣਾ, ਇਹ ਉਹਨੂੰ ਕਹਿੰਦੇ ਵੀ ਇਹ ਗੁਰਮੁਖ ਹਨ ਦਿਨ ਜਾਗਦੇ। ਬਈ ਉਹ ਦਿਨੇ ਵੀ ਜਾਗਦੇ, ਉਹਨਾਂ ਦਾ ਮਨ ਮਾਲਕ ਨਾਲ ਜੁੜਿਆ ਰਹਿੰਦਾ, ਅਤੇ ਜਦੋਂ ਰਾਤ ਹੁੰਦੀ ਉੱਧਰ ਵੀ ਜਾਗਦੇ ਰਹਿੰਦੇ। ਸੋ ਇਸ ਵਾਸਤੇ ਹੁਣ ਇਹ ਆਪਾਂ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਇਹ ਸਿਮਰਨ ਕਰਨਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ, ਪੜ੍ਹ ਕੇ ਵਿਚਾਰਨਾ, ਖੋਜਣਾ ਵੀ ਸਾਨੂੰ ਕੀ ਉਪਦੇਸ਼ ਕਰ ਰਹੇ, ਕੀ ਕਹਿ ਰਹੇ, ਤਾਂ ਕਿ ਆਪਣਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸਤ ਸੰਗਤ ਕਰਦੇ ਹਾਂ, ਆਪਾਂ ਨੂੰ ਓਨਾ ਹੀ ਲਾਹਾ। ਹੌਲੀ ਹੌਲੀ ਆਪਾਂ ਨੂੰ ਫਰਕ ਪਤਾ ਲੱਗਦਾ। ਜਿਉਂ-ਜਿਉਂ ਆਪਾਂ ਸੰਗਤ ਕਰਾਂਗੇ, ਸਾਡੇ ਮਨ ਦੀ ਮੈਲ ਉਤਰੇਗੀ ਅਤੇ ਉਹਦੇ ਸਾਡੇ ਅੰਦਰ ਫਿਰ ਬਦਲਾਅ ਆ ਜਾਂਦਾ। ਸੋ ਇਸ ਵਾਸਤੇ ਜਿਉਂ-ਜਿਉਂ ਆਪਾਂ ਸੰਗਤ ਕਰਾਂਗੇ ਅਤੇ ਉਹਦੇ ਸਾਡੇ ਅੰਦਰ ਬਦਲਾਅ ਆਏਗਾ, ਮਾਲਕ ਦੀ ਕਿਰਪਾ ਹੋਏਗੀ। ਸੋ ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ, ਸਾਰਾ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਡੇ ਜੀਵਨ ਦਾ ਮਨੋਰਥ ਹੈ ਸਾਰਿਆਂ ਦਾ, ਪਰਮਾਤਮਾ ਨਿਰੰਕਾਰ ਨੂੰ ਮਿਲਣਾ, ਅਤੇ ਆਪਾਂ ਸਾਰੇ ਹੀ ਮਿਲ ਸਕਦੇ, ਕਿਉਂਕਿ ਆਪਾਂ ਨੂੰ ਜੀਵਨ ਮਿਲੇ ਹੀ ਇਸ ਵਾਸਤੇ। ਜੇ ਕੋਈ ਆਪਾਂ ਨੂੰ ਕਹਿੰਦਾ ਵੀ ਤੁਸੀਂ ਮਿਲ ਨਹੀਂ ਸਕਦੇ ਰੱਬ ਨੂੰ, ਅਤੇ ਉਹ ਆਪਾਂ ਨੂੰ ਗਲਤ ਕਹਿ ਰਿਹਾ।
ਗੁਰਬਾਣੀ ਗੁਰੂ ਸਾਨੂੰ ਸਪਸ਼ਟ ਕਹਿੰਦੇ ਵੀ ਹੁਣ ਤੁਹਾਨੂੰ ਵਾਰੀ ਹੈ, ਤੁਸੀਂ ਹੁਣ ਹੀ ਮਿਲ ਸਕਦੇ ਹੋ, ਜੇ ਹੁਣ ਨਹੀਂ ਮਿਲੋਗੇ ਫਿਰ ਨਹੀਂ ਮਿਲ ਸਕਦੇ। ਮਹਾਰਾਜ ਆਪਾਂ ਨੂੰ ਰੋਜ਼ ਸਮਝਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਵੀ ਹੁਣ ਤਾਂ ਸਾਨੂੰ ਵਾਰੀ ਮਿਲੀ ਮਸਾਂ, ਕਿੰਨੇ ਸਮੇਂ ਬਾਅਦ ਲੰਮੇ ਮਾਨਸ ਜੰਮ। ਜੇ ਸਾਨੂੰ ਕੋਈ ਹੁਣ ਵੀ ਕਹਿੰਦਾ ਵੀ ਹੁਣ ਨਹੀਂ ਮਿਲ ਸਕਦੇ, ਤੇ ਫਿਰ ਕਦੋਂ ਮਿਲਾਂਗੇ? ਜਦੋਂ ਹੋਰ ਜੂਨਾਂ 'ਚ ਚਲੇ ਗਏ ਫਿਰ ਮਿਲਾਂਗੇ, ਫਿਰ ਤਾਂ ਅਸੀਂ ਮਿਲ ਹੀ ਨਹੀਂ ਸਕਦੇ। ਇਸ ਵਾਸਤੇ ਹੁਣ ਆਪਾਂ ਮਿਲ ਸਕਦੇ ਹਾਂ, ਹੁਣ ਹੀ ਆਪਾਂ ਨੂੰ ਵਾਰੀ ਹੈ, ਅਤੇ ਇਸ ਵਾਰੀ ਨੂੰ ਆਪਾਂ ਵਿਅਰਥ ਨਹੀਂ ਲੰਘਣ ਦੇਣਾ, ਇਹਦਾ ਆਪਾਂ ਵੱਧ ਤੋਂ ਵੱਧ ਲਾਹਾ ਲੈਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।